ਦਸ਼ਮੇਸ਼ ਪਿਤਾ ਸਰਬੰਸ ਦਾਨੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਵਾਰੀ ਜੀਵਨ ਵਿੱਚ ਇਹੋ ਜਿਹੀਆਂ ਮੁਸੀਬਤਾਂ, ਔਕੜਾਂ, ਵਿਪਦਾ ਆ ਜਾਂਦੀ ਹੈ ਜਿਹਦੇ ਵਿੱਚ ਕੋਈ ਵੀ ਨਾਲ ਨਹੀਂ ਖਲੋਂਦਾ। ਚਾਹੇ ਭੈਣ ਭਰਾ ਹੋਣ, ਸਗੇ ਸੰਬੰਧੀ ਹੋਣ, ਰਿਸ਼ਤੇ ਨਾਤੇ ਹੋਣ, ਸਾਰੇ ਹੀ ਦੂਰ ਭੱਜਣ ਦੀ ਕੋਸ਼ਿਸ਼ ਕਰਦੇ ਹਨ। ਉਦੋਂ ਬੰਦਾ ਬਹੁਤ ਘਬਰਾ ਜਾਂਦਾ ਹੈ। ਕਈ ਵਾਰੀ ਕਈਆਂ ਨੂੰ ਡਿਪਰੈਸ਼ਨ ਵੀ ਹੋ ਜਾਂਦਾ ਹੈ, ਕਈ ਬਹੁਤ ਰੋਣ ਲੱਗ ਜਾਂਦੇ ਹਨ, ਕਈਆਂ ਦਾ ਹਾਰਟ ਫੇਲ ਹੋ ਜਾਂਦਾ ਹੈ। ਪਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਜਦ ਇਹੋ ਜਿਹੀ ਕੋਈ ਵੱਡੀ ਮੁਸ਼ਕਲ ਹੋਵੇ ਤਾਂ ਉਹਦੇ ਵਿੱਚੋਂ ਵੀ ਨਿਕਲਣ ਦਾ ਇੱਕ ਆਸਾਨ ਤਰੀਕਾ ਹੈ, ਜੋ ਇਤਿਹਾਸ ਦੇ ਵਿੱਚ ਇੱਕ ਗੁਰੂ ਦਾ ਪਿਆਰਾ ਸਿੱਖ ਭਾਈ ਲਾਲ ਚੰਦ ਜੀ, ਜਿਹੜੇ ਲੋਹੇ ਦਾ ਕੰਮ ਕਰਦੇ ਸਨ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਵੱਖਰਾ ਹੀ ਇੱਕ ਬਖਸ਼ਿਸ਼ ਸੀ, ਨੂਰ ਸੀ, ਸ਼ੋਭਾ ਸੀ, ਤਾਂ ਉਹਨਾਂ ਦੇ ਮਨ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਈ ਇੱਕ ਪਿਆਰ ਆਇਆ, ਭਾਵ ਆਇਆ। ਤਾਂ ਉਹਨਾਂ ਨੇ ਉਹਨਾਂ ਅਸਤਰਾਂ ਸ਼ਸਤਰਾਂ ਦੇ ਨਾਲ ਇੱਕ ਬਹੁਤ ਅੱਛੀ ਵਧੀਆ ਢਾਲ ਬਣਾਈ। ਉਸ ਢਾਲ ਨੂੰ ਤਿਆਰ ਕਰਕੇ, ਸੋਹਣਾ ਸੂਟ ਪਾ ਕੇ, ਸਿਰ ਤੇ ਦਸਤਾਰ ਸਜਾ ਕੇ, ਔਰ ਉਸ ਢਾਲ ਨੂੰ ਵੀ ਅੱਛੇ ਵਧੀਆ ਰੁਮਾਲੇ ਨਾਲ ਢੱਕ ਕੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਸਥਾਨ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਆਏ। ਸੋਹਣਾ ਦੀਵਾਨ ਸਜਿਆ ਸੀ। ਦੀਵਾਨ ਵਿੱਚ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਹੀ ਸ਼ੋਭਤ ਹੋ ਰਹੇ ਸਨ। ਉਹ ਢਾਲ ਜਦੋਂ ਲੈ ਕੇ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਆਇਆ ਤੇ ਆਪਣੇ ਸਾਥੀਆਂ, ਸਹਿਯੋਗੀਆਂ, ਮਿਲਣ ਵਾਲਿਆਂ, ਰਿਸ਼ਤੇ ਨਾਤਿਆਂ ਨੂੰ ਉਹ ਢਾਲ ਵਿਖਾਈ ਕਿ ਵੇਖੋ, ਮੈਂ ਕਲਗੀਆਂ ਵਾਲੇ, ਬਾਜਾਂ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਈ ਇਹ ਢਾਲ ਬਣਾ ਕੇ ਆਇਆ ਹਾਂ। ਸਭ ਨੇ ਉਹ ਢਾਲ ਵੇਖੀ ਤੇ ਉਸ ਦੀ ਬੜੀ ਉਸਤਤ ਕੀਤੀ, ਕਿਉਂਕਿ ਉਹ ਢਾਲ ਬਹੁਤ ਸੋਹਣੀ ਬਣੀ ਸੀ। ਉਹਦੇ ਵਿੱਚੋਂ ਤੀਰ ਆਰ ਪਾਰ ਨਹੀਂ ਸੀ ਜਾ ਸਕਦਾ। ਤਾਂ ਇਹ ਜਦੋਂ ਸਾਰਿਆਂ ਨੇ ਉਸ ਨੂੰ ਵਡਿਆਈ ਦਿੱਤੀ, ਉਹਦੀ ਵਾਹ ਵਾਹ ਕਹੀ, ਤਾਂ ਭਾਈ ਲਾਲ ਚੰਦ ਜੀ ਦੇ ਮਨ ਵਿੱਚ ਮਾਣ ਆ ਗਿਆ। ਇਹੋ ਜਿਹਾ ਮਾਣ ਆਇਆ, ਸਿਰ ਉੱਪਰ ਹੁੰਦਾ ਗਿਆ ਤੇ ਮਨ ਵਿੱਚ ਇਹ ਸੋਚ ਬੈਠਾ ਕਿ ਮੇਰੇ ਤੋਂ ਵਧੀਆ ਇਹੋ ਜਿਹੀ ਢਾਲ ਤੇ ਕੋਈ ਬਣਾ ਹੀ ਨਹੀਂ ਸਕਦਾ। ਜਦੋਂ ਉਹ ਢਾਲ ਲੈ ਕੇ ਭਰੇ ਪੰਡਾਲ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਗਿਆ, ਉਹਨਾਂ ਦੇ ਪਾਵਨ ਚਰਨਾਂ ਵਿਖੇ ਨਮਸਕਾਰ ਕੀਤੀ ਤੇ ਉਹ ਢਾਲ ਰੱਖੀ। ਆਖਣ ਲੱਗਾ, ਸੱਚੀ ਸਰਕਾਰ, ਸੱਚੇ ਪਾਤਸ਼ਾਹ, ਗਰੀਬ ਨਿਵਾਸ, ਇਹ ਵੇਖੋ, ਮੈਂ ਆਪ ਜੀ ਦੇ ਲਈ ਇਹ ਢਾਲ ਬਣਾ ਕੇ ਆਇਆ ਹਾਂ। ਇਸ ਢਾਲ ਦੇ ਨੂੰ ਕੋਈ ਵੀ ਛੇਦ ਨਹੀਂ ਸਕਦਾ, ਤੀਰ ਆਰ ਪਾਰ ਨਹੀਂ ਜਾ ਸਕਦਾ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੱਟ ਕੱਟ ਕੇ ਅੰਤਰ ਕੀ ਜਾਣਤ, ਸਮਰੱਥ ਗੁਰੂ ਜਾਣ ਗਏ ਕਿ ਆਇਆ ਤਾਂ ਬੜੇ ਪਿਆਰ ਨਾਲ ਸੀ ਢਾਲ ਬਣਾ ਕੇ, ਪਰ ਇੱਥੇ ਆ ਕੇ ਇਹਦੇ ਮਨ ਦੇ ਵਿੱਚ ਮਾਨ ਨੇ ਵਾਸ ਕਰ ਲਿਆ ਹੈ। ਹੁਣ ਇਸ ਦੇ ਅੰਦਰ ਇਹ ਹੰਕਾਰ ਆ ਗਿਆ ਹੈ ਕਿ ਮੇਰੇ ਤੋਂ ਵਧੀਆ ਇਹੋ ਜਿਹੀ ਢਾਲ ਕੋਈ ਬਣਾ ਹੀ ਨਹੀਂ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੁਸਕਰਾਏ ਤੇ ਆਖਣ ਲੱਗੇ, ਇਸ ਢਾਲ ਨੂੰ ਕੋਈ ਵੀ ਤੀਰ ਨਹੀਂ ਛੇਦ ਸਕਦਾ। ਤੇ ਹੱਥ ਜੋੜ ਕੇ ਆਖਦਾ, ਨਾ ਸਤਿਗੁਰੂ, ਇਸ ਢਾਲ ਨੂੰ ਕੋਈ ਵੀ ਤੀਰ ਨਹੀਂ ਛੇਦ ਸਕਦਾ। ਸਤਿਗੁਰਾਂ ਨੇ ਫਿਰ ਕਿਹਾ ਕਿ ਮੇਰਾ ਪਿਆਰਾ ਸਿੱਖ ਭਾਈ ਦਇਆ ਸਿੰਘ ਵੀ ਨਹੀਂ ਛੇਦ ਸਕਦਾ। ਉਹ ਮਾਣ ਵਿੱਚ ਆਇਆ ਹੋਇਆ ਸਿੱਖ ਭਾਈ ਲਾਲ ਚੰਦ ਨੇ ਹੱਥ ਜੋੜੇ, ਆਖਣ ਲੱਗਾ, ਨਹੀਂ ਸਤਿਗੁਰੂ, ਇਸ ਢਾਲ ਦੇ ਵਿੱਚੋਂ ਤੇ ਭਾਈ ਦਇਆ ਸਿੰਘ ਜੀ ਦਾ ਤੀਰ ਵੀ ਆਰ ਪਾਰ ਨਹੀਂ ਹੋ ਸਕਦਾ। ਸਤਿਗੁਰੂ ਮੁਸਕਰਾਏ ਤੇ ਆਖਣ ਲੱਗੇ, ਜੇ ਮੈਂ ਤੀਰ ਛੱਡਾਂ ਤਾਂ? ਤੇ ਆਖਣ ਲੱਗਾ, ਨਾ ਸਤਿਗੁਰੂ, ਤੁਹਾਡਾ ਤੀਰ ਵੀ ਆਰ ਪਾਰ ਨਹੀਂ ਹੋਏਗਾ। ਇਸ ਢਾਲ ਦੇ ਵਿੱਚ ਬੜੀ ਕਿਰਪਾ ਹੈ। ਇਹ ਮੈਂ ਬਹੁਤ ਸੋਹਣੀ ਵਧੀਆ ਢਾਲ ਬਣਾਈ ਹੈ ਕਿ ਕੋਈ ਵੀ ਸ਼ਖਸ ਇਸ ਢਾਲ ਦੇ ਵਿੱਚੋਂ ਤੀਰ ਨੂੰ ਆਰ ਪਾਰ ਨਹੀਂ ਕਰ ਸਕਦਾ। ਸਤਿਗੁਰੂ ਮੁਸਕਰਾਏ ਤੇ ਆਖਣ ਲੱਗੇ, ਠੀਕ ਹੈ, ਫਿਰ ਕੱਲ ਸਵੇਰੇ ਢਾਲ ਪਾ ਕੇ ਆ ਜਾਣਾ, ਅਸੀਂ ਤੀਰ ਛੱਡਾਂਗੇ ਤੇ ਅਜ਼ਮਾਵਾਂਗੇ ਕਿ ਇਸ ਢਾਲ ਵਿੱਚੋਂ ਤੀਰ ਪਾਰ ਜਾਂਦਾ ਹੈ ਕਿ ਨਹੀਂ ਜਾਂਦਾ। ਸਤ ਵਚਨ ਕਰਕੇ ਆ ਤੇ ਗਿਆ।
ਪਰ ਜਦੋਂ ਰਾਤ ਵਿਸ਼ਰਾਮ ਕਰਨ ਲਗਾ ਤੇ ਸੋਚਦਾ ਹੈ, ਇਹ ਸਮਰੱਥ ਗੁਰੂ ਹਨ, ਇਹ ਆਪ ਹੀ ਪਰਮੇਸ਼ਵਰ ਹਨ। ਹੁਣ ਕੀ ਕਰਾਂ, ਕਿੱਦਾਂ ਬਚਾਂ? ਮੇਰੇ ਕੋਲੋਂ ਤੇ ਗਲਤੀ ਹੋ ਗਈ ਕਿ ਮੈਂ ਇਹਨਾਂ ਨੂੰ ਕਹਿ ਬੈਠਾ, ਇਹਨਾਂ ਕੋਲੋਂ ਕਿਸ ਤਰ੍ਹਾਂ ਬਚਾਂਗਾ? ਇਹ ਸਰਵ ਸ਼ਕਤੀਮਾਨ ਹਨ, ਪਰਮੇਸ਼ਵਰ ਹਨ, ਨਿਰੰਕਾਰ ਹਨ, ਸਮਰੱਥ ਗੁਰੂ ਹਨ। ਤੇ ਇਹ ਜਦੋਂ ਸੋਚ ਆਈ, ਖਿਆਲ ਆਇਆ, ਤਾਂ ਇਹ ਬੜੀ ਭਾਰੀ ਵੱਡੀ ਮੁਸ਼ਕਿਲ ਲੱਗੀ, ਬਹੁਤ ਵੱਡੀ ਵਿਪਤਾ ਲੱਗੀ। ਆਪਣੇ ਜਾਣ ਪਛਾਣ ਸਗੇ ਸੰਬੰਧੀ ਜੋ ਉੱਥੇ ਆਏ ਹੋ ਸਨ, ਮਿੱਤਰ ਪਿਆਰੇ, ਸਭ ਨੂੰ ਜਾ ਕੇ ਆਖਦਾ ਹੈ ਕਿ ਹੁਣ ਮੈਂ ਕਿੱਦਾਂ ਬਚਾਂ? ਕੱਲ ਕਲਗੀਆਂ ਵਾਲਿਆਂ ਨੇ ਤਾਂ ਮੇਰੇ ਤੇ ਤੀਰ ਛੱਡ ਦੇਣਾ। ਇਹ ਪਰਮੇਸ਼ਵਰ ਹਨ, ਨਿਰੰਕਾਰ ਹਨ, ਗਰੀਬ ਨਿਵਾਸ ਹਨ, ਸਤਿਗੁਰੂ ਹਨ, ਸਮਰੱਥ ਗੁਰੂ ਹਨ। ਇਹਨਾਂ ਤੋਂ ਕਿਵੇਂ ਬਚਾਂ? ਜਦੋਂ ਸਾਰਿਆਂ ਕੋਲੋਂ ਗਿਆ, ਸਾਰੇ ਚੁੱਪ ਹੋ ਗਏ, ਕੋਈ ਵੀ ਸਾਥ ਦੇਣ ਲਈ ਤਿਆਰ ਨਾ ਹੋਇਆ। ਤੇ ਫਿਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦਾ ਧਿਆਨ ਕੀਤਾ, ਵਿਸ਼ਰਾਮ ਕੀਤਾ, ਸਾਰੀ ਰਾਤ ਵਾਹਿਗੁਰੂ ਵਾਹਿਗੁਰੂ ਜਪਦਾ ਰਿਹਾ ਕਿ ਹੁਣ ਮੈਨੂੰ ਕੇਵਲ ਉਹ ਨਿਰੰਕਾਰ ਪਰਮੇਸ਼ਵਰ, ਇਹ ਸਤਿਗੁਰੂ ਹੀ ਬਚਾ ਸਕਦਾ ਹੈ। ਸਵੇਰੇ ਪੰਡਾਲ ਦੇ ਵਿੱਚ ਜਦੋਂ ਢਾਲ ਸਜਾ ਕੇ ਆਇਆ, ਇਧਰ ਬਾਜਾਂ ਵਾਲੇ ਗੁਰੂ ਮੁਸਕਰਾ ਰਹੇ ਹਨ, ਤੀਰ ਚੁੱਕ ਕੇ ਬੈਠੇ ਹਨ, ਕਮਾਨ ਵਿੱਚ ਤੀਰ ਛੱਡਿਆ। ਸਾਹਮਣੇ ਭਾਈ ਲਾਲ ਚੰਦ ਜੀ ਨੂੰ ਖੜਾ ਕੀਤਾ ਤੇ ਆਖਣ ਲੱਗੇ, ਭਾਈ ਲਾਲ ਚੰਦ ਛੱਡੀਏ ਤੀਰ। ਤੇ ਭਾਈ ਲਾਲ ਚੰਦ ਨੇ ਹੱਥ ਜੋੜੇ, ਹਾਂ ਸਤਿਗੁਰੂ। ਔਰ ਪਰ ਇਧਰ ਨਾਲ ਮਨ ਹੀ ਮਨ ਵਿੱਚ ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ, ਨੌ ਪਾਤਸ਼ਾਹੀਆਂ ਦੇ ਪਾਵਨ ਚਰਨਾਂ ਵਿਖੇ ਅਰਦਾਸ ਅਰਜ਼ੋਈ ਬੇਨਤੀ ਕਰਦਾ ਰਿਹਾ। ਵਾਹਿਗੁਰੂ ਵਾਹਿਗੁਰੂ ਵੀ ਜਪਦਾ ਰਿਹਾ, ਅਰਦਾਸ ਜੋਦਰੀ ਵੀ ਕਰਦਾ ਰਿਹਾ ਕਿ ਹੁਣ ਤੁਹਾਡੇ ਤੋਂ ਬਿਨਾਂ ਮੈਨੂੰ ਕੋਈ ਵੀ ਨਹੀਂ ਬਚਾ ਸਕਦਾ। ਇਧਰ ਸੱਚੀ ਸਰਕਾਰ ਕਮਾਨ ਵਿੱਚ ਬੜਾ ਤੇਜ਼ ਨਿਸ਼ਾਨਾ ਲਾਣ, ਪਰ ਫਿਰ ਤੀਰ ਵਾਪਸ ਕਰ ਲੈਣ। ਇੱਕ ਵਾਰੀ ਕੀਤਾ, ਦੂਜੀ ਵਾਰੀ ਸਤਿਗੁਰਾਂ ਨੇ ਫਿਰ ਕੀਤਾ ਕਿ ਕਮਾਨ ਚੁੱਕੀ, ਤੀਰ ਦੇ ਵਿੱਚ ਨਿਸ਼ਾਨਾ ਬਾਂਧਿਆ, ਬੜਾ ਤੇਜ਼ ਕਰਕੇ ਛੱਡਣ ਲਈ, ਪਰ ਤੀਰ ਨਹੀਂ ਛੱਡਿਆ ਗਿਆ। ਫਿਰ ਰੱਖ ਛੱਡਿਆ। ਤੀਜੀ ਵਾਰੀ ਸਤਿਗੁਰਾਂ ਨੇ ਫਿਰ ਕਮਾਨ ਚੁੱਕਿਆ, ਫਿਰ ਤੀਰ ਲਗਾਇਆ। ਜਦੋਂ ਨਿਸ਼ਾਨਾ ਬਾਣਨ ਲੱਗੇ ਪਰ ਤੀਰ ਨਹੀਂ ਛੱਡਿਆ ਗਿਆ, ਤੇ ਹੁਣ ਸੱਚੀ ਸਰਕਾਰ ਨੇ ਕਮਾਨ ਵੀ ਰੱਖ ਛੱਡੇ, ਤੀਰ ਵੀ ਰੱਖ ਛੱਡਿਆ। ਇਹ ਵੇਖ ਕੇ ਭਾਈ ਦਇਆ ਸਿੰਘ ਜੀ ਵਰਗੇ ਸਿੱਖ ਬੜੇ ਹੈਰਾਨ ਹੋਏ ਕਿ ਇਹ ਸਤਿਗੁਰ, ਇਹ ਸਮਰੱਥ ਗੁਰੂ ਨੂੰ ਕੀ ਹੋਇਆ? ਇਹ ਇੱਕ ਤੀਰ ਦੇ ਵਿੱਚ ਨਿਸ਼ਾਨਾ ਪਾਰ ਕਰ ਦਿੰਦੇ ਹਨ, ਅੱਜ ਇਹਨਾਂ ਕੋਲੋਂ ਤੀਰ ਕਿਉਂ ਨਹੀਂ ਛੱਡਿਆ ਜਾ ਰਿਹਾ? ਦੋ ਹੱਥ ਜੋੜ ਕੇ ਪੁੱਛਣ ਲੱਗੇ, ਸਤਿਗੁਰੂ ਗਰੀਬ ਨਿਵਾਸ ਕੀ ਹੋਇਆ? ਅੱਜ ਤੁਹਾਡੀ ਕਮਾਨ ਦੇ ਵਿੱਚੋਂ ਤੀਰ ਕਿਉਂ ਨਹੀਂ ਛੱਡਿਆ ਗਿਆ? ਤੇ ਸਤਿਗੁਰੂ ਜੀ ਆਖਣ ਲੱਗੇ, ਕੀ ਕਰਾਂ ਭਾਈ ਦਇਆ ਸਿੰਘਾ, ਜਦੋਂ ਤੀਰ ਛੱਡਣ ਲੱਗਦਾ ਹਾਂ ਤੇ ਸਾਹਮਣੇ ਢਾਲ ਦੇ ਅੱਗੇ ਨੌ ਪਾਤਸ਼ਾਹੀਆਂ ਆ ਕੇ ਖਲੋ ਜਾਂਦੀਆਂ ਹਨ। ਇਹ ਤੀਰ ਕਿੱਦਾਂ ਛੱਡਿਆ ਜਾਵੇ? ਭਾਈ ਲਾਲ ਚੰਦ ਨੇ ਜਦੋਂ ਇਹ ਵਾਕ ਸੁਣੇ, ਅੱਖਾਂ ਵਿੱਚੋਂ ਥਰ ਥਰ ਅਥਰੂ, ਸਤਿਗੁਰਾਂ ਦੇ ਪਾਵਨ ਚਰਨਾਂ ਵਿਖੇ ਆ ਕੇ ਸੀਸ ਨਿਵਾਇਆ, ਦੋ ਹੱਥ ਜੋੜ ਕੇ ਆਖਣ ਲਗਾ, ਸੱਚੇ ਪਾਤਸ਼ਾਹ ਸਤਿਗੁਰੂ ਬਖਸ਼ ਦੋ, ਭੁੱਲ ਹੋ ਗਈ। ਆਪਣੇ ਇਸ ਸੇਵਕ ਨੂੰ, ਆਪਣੇ ਇਸ ਸਿੱਖ ਤੇ ਕਿਰਪਾ ਵਾਲਾ ਹੱਥ ਰੱਖੋ। ਤੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਸਾਨੂੰ ਬਾਣੀ ਵਿੱਚ ਵੀ ਇਹੀ ਸਮਝਾਉਂਦੇ ਹਨ, ਜਾ ਕੋ ਮੁਸ਼ਕਲ ਅਤ ਬਣੈ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਨਾ, ਸਾਕ ਵੀ ਭਜ ਖਲੈ, ਸਭੋ ਭਜੈ ਆਸਰਾ, ਚੁਕੈ ਸਭ ਅਸਰਾਓ, ਚੇਤਾਵੇ ਉਸ ਪਾਰ ਬ੍ਰਹਮ, ਲਗੇ ਨਾ ਤਾਤੀ ਵਾਓ। ਕਿ ਜਦੋਂ ਵੀ ਤੁਹਾਡੇ ਜੀਵਨ ਦੇ ਵਿੱਚ ਕੋਈ ਬੜੀ ਭਾਰੀ ਵਿਪਦਾ, ਮੁਸ਼ਕਲ ਔਕੜ ਆਣ ਪਵੇ, ਜਿਸ ਵਿੱਚ ਤੁਹਾਨੂੰ ਕੋਈ ਸਹਾਰਾ ਨਾ ਲੱਭੇ, ਕੋਈ ਰਾਹ ਨਾ ਲੱਭੇ ਕਿ ਕੀ ਹੋਏਗਾ, ਤਾਂ ਉਦੋਂ ਘਬਰਾਣਾ ਨਹੀਂ। ਬਸ ਉਸ ਪਾਰ ਬ੍ਰਹਮ ਪਰਮੇਸ਼ਵਰ ਨਿਰੰਕਾਰ ਨੂੰ ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ ਅਰਦਾਸ ਕਰਨੀ ਹੈ ਤੇ ਜਪਣਾ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਫਿਰ ਇਹ ਸੱਚੇ ਪਾਤਸ਼ਾਹ ਜੀ ਆ ਕੇ ਆਪਣੇ ਹੱਥ ਰੱਖ ਕੇ ਮਿਹਰ ਵਾਲਾ ਉਸ ਔਕੜ ਤੋਂ ਕੱਢ ਲੈਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।